ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਹੇਠ ਅੰਮ੍ਰਿਤਸਰ ਦਫ਼ਤਰ ਵਿਖੇ ਅੰਤਰਿਮ ਕਮੇਟੀ ਦੀ ਇਕੱਤਰਤਾ ਹੋਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਕਾਜਾਂ ਨੂੰ ਲੈ ਕੇ ਅਹਿਮ ਫੈਸਲੇ ਲਏ ਗਏ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਬਲਵੰਤ ਸਿੰਘ ਰਾਜੋਆਣਾ ਦੀ ਹਰ ਪੇਸ਼ੀ ਤੇ 11 ਲੱਖ ਰੁਪਇਆ ਵਕੀਲ ਨੂੰ ਦੇਣ ਦਾ ਮਤਾ ਪਾਸ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ਵਿੱਚ ਸੋਲਰ ਸਿਸਟਮ ਲਗਾਉਣ ਦਾ ਵੀ ਮਤਾ ਪਾਸ ਕੀਤਾ ਗਿਆ ਹੈ, ਜੋ ਹਰ ਮਹੀਨੇ 60 ਤੋਂ 70 ਲੱਖ ਦਾ ਬਿਜਲੀ ਦਾ ਖਰਚਾ ਬਚਾਇਆ ਜਾ ਸਕੇਗਾ। ਜਿਹੜੇ ਉੱਥੇ ਗ੍ਰਿਫਤਾਰ ਕੀਤੇ ਗਏ ਹੈ ਤੇ ਸਾਰੇ ਸਰਬਸੰਮਤੀ ਨਾਲ ਇਹ ਪਾਸ ਕੀਤਾ ਕਿ ਉਹਨਾਂ ਨੂੰ ਤੁਰੰਤ ਰਿਹਾਈ ਕੀਤੀ ਜਾਵੇ। ਤੇ ਜਿਹੜੇ ਕੋਈ ਉੱਥੇ ਗੋਲੀ ਨਾਲ ਜਿਸ ਨੂੰ ਮਾਰਿਆ ਗਿਆ, ਜਿਸ ਤਰ੍ਹਾਂ ਨਵਦੀਪ ਸਿੰਘ ਆਪਣਾ ਲੜਕੇ ਨੂੰ ਜਿਸ ਦੀ ਜਾਨ ਗੋਲੀ ਨਾਲ ਵੀ ਗਈ ਹੈ, ਤੇ ਜਿਹੜੇ ਵੈਸੇ ਵੀ ਜਾਨਾਂ ਚਲੀਆਂ ਗਈਆਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਪਰਿਵਾਰਾਂ ਦੇ ਨਾਲ ਹਮਦਰਦੀ ਜ਼ਾਹਿਰ ਕੀਤੀ ਹੈ ਤੇ ਸ਼ੋਕ ਮਤਾ ਉਹਨਾਂ ਦੇ ਪਰਿਵਾਰਾਂ ਨੂੰ ਭੇਜਣ ਵਾਸਤੇ ਪਾਸ ਕੀਤਾ ਗਿਆ। ਦੂਜੀ ਗੱਲ ਹੈਗੀ ਹੈ ਕਿ ਜੋ ਭਾਈ ਰਾਜੋਆਣਾ ਸਾਹਿਬ ਕਾਫੀ ਚਿਰ ਤੋਂ ਜੇਲ੍ਹ ਵਿੱਚ ਹੈ ਤੇ ਉਹਨਾਂ ਦਾ ਤੁਰੰਤ ਫੈਸਲਾ ਕਰੇ ਸਰਕਾਰ, ਤੁਰੰਤ ਉਹਨਾਂ ਦੀ ਰਿਹਾਈ ਕਰੇ, ਉਹਦੇ ਸੰਬੰਧ ਵਿੱਚ ਜਿਹੜਾ ਉਹ ਪਤਾ ਕੀਤਾ ਗਿਆ। ਇੱਕ ਉਹਨਾਂ ਦੇ ਫੀਸ ਵਾਸਤੇ, ਕਿਉਂਕਿ ਅਸੀਂ ਹਰ ਮਹੀਨੇ ਜਾਂ ਹਰ ਪੇਸ਼ੀ ਦੇ ਉੱਤੇ 11 ਲੱਖ ਰੁਪਏ ਫੀਸ ਦਿੰਦੇ ਹਾਂ। ਇਸ ਤਰ੍ਹਾਂ ਭਾਈ ਦਵਿੰਦਰਪਾਲ ਸਿੰਘ ਭੁੱਲਰ ਸਾਹਿਬ ਜੀ, ਉਹਨਾਂ ਦੀ ਵੀ ਹਰ ਪੇਸ਼ੀ ਦਾ ਅਸੀਂ ਵਕੀਲ ਨਾਲ ਕੀਤਾ, ਉਹਨਾਂ ਦਾ ਵੀ 11 ਲੱਖ ਰੁਪਇਆ ਤੇ ਉਹਨਾਂ ਦੀ ਜਿਹੜੀ ਆਈ ਸੀ ਫੀਸ ਉਹ ਵੀ ਪਾਸ ਕੀਤੀ ਗਈ ਹੈ। ਭਾਈ ਰਾਜੋਆਣਾ ਸਾਹਿਬ ਜੀ ਦੀ ਕਿ ਵਕੀਲ ਨੂੰ ਫੀਸ ਦੇਣੀ ਹੈ, ਉਹ ਵੀ ਕਿਉਂਕਿ ਅਸੀਂ ਇਹ ਜਿਹੜਾ ਪੱਕਾ ਹੀ ਬਣਾਇਆ ਹੋਇਆ ਕਿ ਜਦੋਂ ਵੀ ਉਹਨਾਂ ਦੀ ਪੇਸ਼ੀ ਹੁੰਦੀ ਹੈ ਉਹਨਾਂ ਨੇ ਸਾਡੇ ਕੋਲ ਮੰਗਿਆ ਹੋਇਆ ਕਿ ਹਰ ਪੇਸ਼ੀ ਦੇ ਉੱਤੇ 11 ਲੱਖ ਰੁਪਇਆ ਭਾਈ ਰਾਜੋਆਣਾ ਸਾਹਿਬ ਜੀ ਦੀ ਪੇਸ਼ੀ ਤੇ ਵਕੀਲ ਨੂੰ ਦੇਣਾ ਪੈਂਦਾ। ਉਹ ਆਇਆ ਸੀ ਬਿੱਲ, ਉਹ ਪਾਸ ਕੀਤੇ ਗਏ। ਇੱਕ ਜਿਹੜਾ ਸਾਨੂੰ ਆਫਰ ਆਈ ਸੀ, ਮੈਂ ਪਿੱਛੇ ਐਲਾਨ ਕੀਤਾ ਸੀਗਾ ਕਿ ਸੋਲਰ ਲਗਵਾਉਣੇ ਹੈ। ਬੜੀ ਖੁਸ਼ੀ ਦੀ ਗੱਲ ਹੈ, ਮੈਂ ਤੁਹਾਨੂੰ ਇਸ ਗੱਲ ਦੀ ਵਧਾਈ ਵੀ ਦਿੰਦੀ ਹੈ ਕਿ ਇਸ ਅਸਥਾਨ ਦੇ ਨਾਲ, ਇਸ ਸੰਸਥਾ ਦੇ ਨਾਲ ਜਾਂ ਸ੍ਰੀ ਦਰਬਾਰ ਸਾਹਿਬ ਦੇ ਨਾਲ ਸਿੱਖ ਸੰਗਤਾਂ ਦੁਨੀਆ ਵਿੱਚ ਬੈਠੀਆਂ ਕਿੰਨਾ ਮੋਹ ਰੱਖਦੀਆਂ ਤੇ ਕਿੰਨੀ ਸ਼ਰਧਾ ਰੱਖਦੀਆਂ। ਉੱਥੇ ਯੂਨਾਈਟਿਡ ਸਿੱਖ ਮਿਸ਼ਨ ਕੈਲੀਫੋਰਨੀਆ ਦੇ ਵਿੱਚ, ਅਮਰੀਕਾ ਵਿੱਚ ਹੈ। ਮੇਰਾ ਕਾਫੀ ਉਹਨਾਂ ਦੇ ਨਾਲ ਰਾਬਤਾ ਹੋਇਆ, ਉਹਨਾਂ ਨੇ ਈਮੇਲਾਂ ਰਾਹੀਂ ਸੰਪਰਕ ਕੀਤਾ ਕਿ ਸਾਨੂੰ ਤੁਸੀਂ ਇਹ ਸਾਰੀ ਸੇਵਾ ਦਿਓ। ਉਹਨਾਂ ਨੇ ਬਕਾਇਦਾ ਵੱਡੀਆਂ ਕੰਪਨੀਆਂ ਨੂੰ ਕਾਲ ਕੀਤਾ ਹੋਇਆ, ਟਾਟਾ ਵਰਗੀਆਂ ਕੰਪਨੀਆਂ, ਦੂਜੀਆਂ ਕੰਪਨੀਆਂ ਸਾਰੀਆਂ ਪਹੁੰਚ ਰਹੀਆਂ ਤੇ ਦੀ ਬੈਸਟ ਢੰਗ ਦੇ ਨਾਲ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸੋਲਰ ਦਾ ਕੰਮ ਜਿਹੜਾ ਕਰਵਾਇਆ ਜਾ ਰਿਹਾ। ਤੇ ਉਹਨਾਂ ਵੱਲੋਂ ਇੱਕ ਬੜੀ ਖੁਸ਼ੀ ਨਾਲ ਆਫਰ ਕੀਤੀ ਗਈ ਹੈ ਕਿ 25 ਸਾਲ 20 ਸਾਲ ਜਿੰਨਾ ਵੀ ਮੇਨਟੇਨੈਂਸ ਹੋਵੇ ਉਹ ਸਾਡੀ ਹੀ ਸੁਸਾਇਟੀ ਕਰੇਗੀ, ਇਹ ਸਾਡੀ ਸੰਸਥਾ ਕਰੇਗੀ ਤੇ ਪੂਰਾ ਖਰਚ ਭਾਵੇਂ ਉਹ 10 ਕਰੋੜ ਦਾ ਹੋ ਜੇ, ਭਾਵੇਂ 7 ਦਾ ਹੋਵੇ, 20 ਦਾ ਹੋਵੇ, ਸਾਰਾ ਖਰਚ ਜਿਹੜਾ ਉਹ ਸਾਡੀ ਸੰਸਥਾ ਕਰੇਗੀ ਤੇ ਸਾਡੇ ਧੰਨ ਭਾਗ ਹੋਣਗੇ ਕਿ ਅਸੀਂ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸੋਲਰ ਦਾ ਸੇਵਾ ਕਰ ਸਕੀਏ। ਜਿਹਦੇ ਨਾਲ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਤਕਰੀਬਨ 60 ਕੁ ਲੱਖ ਦੇ ਕਰੀਬ ਵੀ ਕਈ ਵਾਰੀ ਮਹੀਨੇ ਦਾ ਖਰਚਾ ਆ ਜਾਂਦਾ, ਬਿਜਲੀ ਦਾ ਵੱਧ ਵੀ ਆ ਜਾਂਦਾ, ਸਰਦੀ ਹੋਵੇ ਘੱਟ ਵੀ ਆ ਜਾਂਦਾ। ਸੋ ਇਹ ਸਾਰੀ ਐਵਰੇਜ ਹਿਸਾਬ ਪਾ ਲਈਏ ਤੇ 60 ਕੁ ਲੱਖ ਰੁਪਇਆ ਮਹੀਨੇ ਦਾ ਖਰਚ ਜਿਹੜਾ ਉਹ ਸਾਡੀ ਬੱਚਤ ਹੋਏਗੀ, ਜਿਹਦੇ ਨਾਲ ਸਾਨੂੰ ਇੱਕ ਬੜਾ ਵੱਡਾ ਫਾਇਦਾ ਹੋਏਗਾ। ਤੇ ਇਸ ਸੰਸਥਾ ਦੇ ਨਾਲ ਜਿਨ੍ਹਾਂ ਨੇ ਸਹਿਯੋਗ ਕੀਤਾ, ਧੰਨਵਾਦ ਵੀ ਕੀਤਾ ਸਾਰਿਆਂ ਨੇ, ਤੇ ਬੜੇ ਹੀ ਸਤਿਕਾਰ ਦੇ ਨਾਲ ਹਰ ਇੱਕ ਨੇ ਗੱਲ ਕਹੀ ਹੈ ਕਿ ਇਹ ਸਾਡੇ ਵਾਸਤੇ ਖੁਸ਼ਕਿਸਮਤੀ ਹੈ ਔਰ ਬਹੁਤ ਜਲਦੀ 13 ਤਰੀਕ ਨੂੰ ਇੱਥੇ ਪਹੁੰਚ ਰਹੇ ਆ ਤੇ ਆ ਕੇ ਆਪਣਾ ਕਾਰੋਬਾਰ ਉਹਨਾਂ ਸ਼ੁਰੂ ਕਰ ਦੇਣਾ। ਉਹਨਾਂ ਨੇ ਇੰਜੀਨੀਅਰ ਸਾਰੇ ਡਿਪਿਊਟ ਕਰ ਦਿੱਤੇ ਹੈ, ਉਹ ਸਾਰੇ ਇੰਜੀਨੀਅਰ ਆਪਣੀ ਫੰਕਸ਼ਨਿੰਗ ਕਰ ਰਹੇ ਆ। ਸਾਰੀਆਂ ਸਾਡੀਆਂ ਛੱਤਾਂ ਵੀ ਦੇਖ ਲਈਆਂ ਕਿ ਅਸੀਂ ਕਿੱਥੇ ਲਾ ਸਕਦੇ ਹਾਂ, ਕਿੰਨਾ ਲੱਗ ਸਕਦਾ। ਬਾਬਾ ਦੀਪ ਸਿੰਘ ਸ਼ਹੀਦ ਗੁਰਦੁਆਰੇ ਦੀਆਂ ਸਰਾਵਾਂ ਵੀ ਵੇਖ ਲਈਆਂ, ਇੱਧਰ ਵੀ ਵੇਖ ਲਈਆਂ ਵੀ ਕੋਈ ਸਾਡੀ ਬਿਲਡਿੰਗ ਹੈ ਇਹਦੀ ਗੈਟਅਪ ਨੂੰ ਵੀ ਨਾ ਫਰਕ ਪਵੇ ਤੇ ਸਾਡਾ ਕੰਮ ਵੀ ਜਿਹੜਾ ਹੋ ਜਾਵੇ। ਇੱਕ ਜਿਹੜਾ ਸਟੀਮ ਕਿਚਨ ਦੀ ਗੱਲ ਕੀਤੀ ਸੀ, ਉਹਦੀ ਵੀ ਕਾਰਵਾਈ ਸਾਡੀ ਚੱਲ ਪਈ ਹੈ। ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲੇ, ਠੀਕ ਹੈ, ਉਹਨਾਂ ਨੇ ਵੀ ਮਨਜ਼ੂਰੀ ਦੇ ਦਿੱਤੀ ਹੈ ਕਿ ਇਹ ਸਾਰੀ ਸੇਵਾ ਅਸੀਂ ਕਰਾਵਾਂਗੇ। ਉਹ 'ਤੇ ਕਿੰਨਾ ਖਰਚ ਹੁੰਦਾ ਹੈ ਉਹਦਾ ਐਸਟੀਮੇਟ ਲੱਗ ਰਿਹਾ ਹੈ ਜਰਮਨ ਤੋਂ, ਕਿਉਂਕਿ ਉਹ ਸਾਰੀਆਂ ਮਸ਼ੀਨਾਂ ਮੰਗਾ ਰਹੇ ਆ। ਸਾਰਾ ਟੋਟਲ ਐਸਟੀਮੇਟ ਕੁਝ ਦਿਨਾਂ 'ਚ ਪਹੁੰਚ ਜਾਏਗਾ। ਸਾਰੀ ਭਾਵੇਂ ਉਹ 1 ਕਰੋੜ ਲੱਗੇ, 2 ਲੱਗੇ, 4 ਲੱਗੇ, ਜਿੰਨੀ ਵੀ ਸੇਵਾ ਹੋਏਗੀ ਉਹ ਸਾਰੀ ਸੇਵਾ ਉਹ ਕਰਾਉਣਗੇ। ਇਹ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲੇ, ਕਿਉਂਕਿ ਮੈਂ ਕੁਦਰਤੀ ਉਹਨਾਂ ਦੇ ਦੇਖਣ ਗਈ ਸੀ, ਉਹਨਾਂ ਲਾਇਆ ਸੀ ਤੇ ਮੈਂ ਬੇਨਤੀ ਕੀਤੀ ਕਿ ਬਾਬਾ ਜੀ ਅਸੀਂ ਵੀ ਲਾਉਣਾ ਚਾਹੁੰਦੇ ਹਾਂ ਤੇ ਇਹਦਾ ਐਸਟੀਮੇਟ ਕਿੰਨਾ ਖਰਚਾ ਆਇਆ ਸੀ। ਉਹਨਾਂ ਨੇ ਕਿਹਾ ਕਿ ਸੇਵਾ ਹੀ ਮੇਰੀ ਝੋਲੀ 'ਚ ਪਾ ਦਿਓ ਔਰ ਜੋ ਦੀ ਬੈਸਟ ਕੰਪਨੀ ਹੋਏਗੀ, ਜੋ ਬੈਸਟ ਢੰਗ ਨਾਲ ਹੋਏਗਾ ਅਸੀਂ ਉਹ ਕਰਾਂਗੇ।
ਮੈਂ ਵਾਹਿਗੁਰੂ ਦਾ ਜਿੱਥੇ ਗੁਰੂ ਰਾਮਦਾਸ ਦਾ ਸ਼ੁਕਰਾਨਾ ਕਰਦੀ ਹਾਂ ਕਿ ਧੰਨ ਗੁਰੂ ਰਾਮਦਾਸ ਜੀ ਨੇ ਇੰਨੀ ਹਿਰਦਿਆਂ ਵਿੱਚ ਵਸ ਕੇ ਸੰਗਤਾਂ ਕੋਲੋਂ ਸੇਵਾ ਲੈ ਰਹੇ ਹੈ। ਮੈਂ ਸਮਝਦੀ ਸਾਡੇ ਵਾਸਤੇ ਇੱਕ ਬੜੀ ਵੱਡੀ ਵਡਿਆਈ ਵੀ ਹੈ ਤੇ ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਵੀ ਹੈ, ਗੁਰੂ ਰਾਮਦਾਸ ਜੀ ਦੀ, ਕਿ ਲੋਕਾਂ ਦੀ ਸ਼ਰਧਾ ਜਿਹੜੀ ਹੈ ਫਿਰ ਉਸੇ ਤਰ੍ਹਾਂ ਬਰਕਰਾਰ ਜਿਹੜੀ ਹੈ। ਕਰੋਨਾ ਕੋਵਿਡ ਤੋਂ ਬਾਅਦ ਜਿੰਨੀ ਨੁਕਸਾਨ ਹੋ ਰਿਹਾ ਸੀ ਸਾਡਾ, ਜਿੰਨਾ ਬੜਾ ਅਸੀਂ ਪਰੇਸ਼ਾਨ ਸੀ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆਈਆਂ। ਔਰ ਕਈ ਪਰਿਵਾਰਾਂ ਨੇ ਇੱਥੇ ਸ਼ਰਧਾ ਦੇ ਨਾਲ ਆ ਕੇ ਸੇਵਾ ਦੇ ਵਿੱਚ ਵੱਡੀਆਂ ਵੀ ਸੇਵਾਵਾਂ ਪਾਈਆਂ। ਮੈਂ ਉਹਨਾਂ ਦਾ ਵੀ ਧੰਨਵਾਦ ਕਰਦੀ ਹਾਂ। ਸੋ ਮੈਂ ਸਮਝਦੀ ਹਾਂ ਕਿ ਸਾਡੀਆਂ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਬਹੁਤ ਜਲਦੀ ਤਿਆਰ ਹੋਣਗੀਆਂ ਤੇ 100 ਸਾਲਾ ਸ਼ਤਾਬਦੀ ਆ ਰਹੀ ਹੈ ਸ਼੍ਰੀ ਨਨਕਾਣਾ ਸਾਹਿਬ ਜੀ ਦੇ ਸਾਕੇ ਦੀ। ਉਹਦੇ ਸੰਬੰਧ ਵਿੱਚ ਸਾਰਾ ਫੈਸਲਾ ਕੀਤਾ ਗਿਆ ਕਿ ਜਿਹੜਾ ਭਾਈ ਲਛਮਣ ਸਿੰਘ ਜੀ ਦਾ ਪਰਿਵਾਰ ਹੈ, ਸਾਰਾ ਜਿਹੜਾ ਉਹਨਾਂ ਦਾ ਪਰਿਵਾਰ ਹੈ ਉਹ ਗੋਦਰਪੁਰ ਨਗਰ ਵਿੱਚ ਵਸ ਰਿਹਾ। ਉਹ ਸਾਰੀ ਅਸੀਂ ਪੜਤਾਲ ਕਰ ਲਈ ਹੈ। ਸਾਰਾ ਉਹਨਾਂ ਨੇ ਆ ਕੇ ਦੱਸਿਆ। ਉਹਨਾਂ ਦੇ ਇੱਕ ਪੋਤਰਾ ਇੱਥੇ ਐਸਪੀ, ਪੜਪੋਤਰਾ ਇੱਥੇ ਐਸਪੀ ਵੀ ਲੱਗੇ ਹੋਏ ਹੈ। ਉਹਨਾਂ ਦੇ ਸਾਰੇ ਪਰਿਵਾਰ ਦੀ ਅਸੀਂ ਕਾਫੀ 3-4 ਮਹੀਨੇ ਤੋਂ ਲਗਾਤਾਰ ਲੱਗੇ। ਉਹਨਾਂ ਦੀ ਮੰਗ ਸੀ ਕਿ ਗੋਦਰਪੁਰ ਪਿੰਡ ਜਿਹੜਾ ਉਹ ਉੱਥੇ ਵਸੇ ਹੋਏ ਹੈ, ਮਾਤਾ ਉੱਥੇ ਜਿੱਥੇ ਰਹੀ ਹੈ, ਅਜੇ ਤੱਕ ਵੀ ਉਹਨਾਂ ਕੋਲ ਛੋਟਾ ਜਿਹਾ ਘਰ ਹੈ। ਜਿਹੜੀ ਭਾਈ ਲਛਮਣ ਸਿੰਘ ਜੀ ਦੀ ਧਰਮ ਪਤਨੀ ਸੀ, ਛੋਟੇ ਜਿਹੇ ਜਿਹੜੇ ਘਰ ਦੇ ਵਿੱਚ ਕਮਰੇ 'ਚ ਰਹਿੰਦੇ ਸੀ, ਉਹ ਸਾਰਾ ਉਹਨਾਂ ਨੇ ਉੱਦਾਂ ਹੀ ਬਰਕਰਾਰ ਰੱਖਿਆ ਹੈ। ਸੋ ਗੋਦਰਪੁਰ ਦੇ ਵਿੱਚ ਬਣਾਇਆ ਜਾਣਾ 19, 20, 21 ਤਰੀਕ ਨੂੰ। ਉਹਦੀਆਂ ਤਿਆਰੀਆਂ ਦੇ ਸੰਬੰਧ ਵਿੱਚ ਅਜੇ ਡਿਊਟੀਆਂ ਵੀ ਲੱਗ ਰਹੀਆਂ ਤੇ ਉਹ ਸਾਰਾ ਜਿਹੜਾ ਨਨਕਾਣਾ ਸਾਹਿਬ ਜੀ ਦਾ ਜ਼ਿਲ੍ਹਾ ਗੁਰਦਾਸਪੁਰ 'ਚ, ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ, ਜਿਹਦਾ ਧਾਰੋਵਾਲੀ ਪਿੰਡ ਸੀ ਨਾ, ਧਾਰੋਵਾਲੀ ਦੇ ਲਾਗੇ ਹੀ ਪੈਂਦਾ, ਕੋਈ 20 ਕਿਲੋਮੀਟਰ ਦੇ ਉੱਤੇ ਸ਼ਾਇਦ ਦੱਸਦੇ ਆ, ਉੱਥੇ ਮਨਾਇਆ ਜਾਣਾ। ਤੇ ਉੱਥੇ ਸਾਰਾ ਅਸੀਂ ਸਾਰੀ ਜ਼ਮੀਨ ਵੀ ਸਟੇਜ ਲਾਉਣ ਵਾਸਤੇ, ਠੇਕੇ ਤੇ ਲੈਣ ਵਾਸਤੇ ਕਹਿਤੀ ਹੈ। ਜੇ ਕੋਈ ਕਣਕ ਵੱਢਦਾ ਤਾਂ ਵੀ ਅਸੀਂ ਉਹਦੀ ਪੂਰੀ ਕਰਾਂਗੇ। ਇੱਕ ਜਿਹੜਾ ਨਨਕਾਣਾ ਸਾਹਿਬ ਦਾ ਸਾਕੇ ਦਾ ਹੀ 100 ਸਾਲਾ ਪਾਕਿਸਤਾਨ ਵਿੱਚ ਵੀ ਮਨਾਇਆ ਜਾਣਾ, ਉਹਦੇ ਅਸੀਂ ਪਾਸਪੋਰਟ ਭੇਜ ਦਿੱਤੇ ਹੈ। ਇੱਥੋਂ ਜਥਾ ਜਿਹੜਾ ਜਿੰਨਾ ਵੀ ਸਾਨੂੰ ਵੀਜ਼ਾ ਮਿਲੇ ਉਹ ਪੂਰਾ ਜਥਾ ਜਾਏਗਾ। ਉੱਥੇ ਸਿੰਘ ਸਾਹਿਬ ਜਾਣਗੇ ਤੇ ਫਿਰ ਮੈਂ ਇੱਥੇ ਰਵਾਂਗੀ, ਕਿਉਂਕਿ ਇੱਕ ਜਾਣੇ ਨੂੰ ਸਾਨੂੰ ਇੱਥੇ ਰਹਿਣਾ ਬਹੁਤ ਜ਼ਰੂਰੀ ਹੋ ਜਾਂਦਾ। ਸਾਰਿਆਂ ਨੇ ਫੈਸਲਾ ਕੀਤਾ ਕਿ ਇੱਥੇ ਦਾ ਜਿਹੜਾ ਸਮਾਗਮ ਹੈ ਉਹ ਮੈਂ ਆਪ ਹਾਜ਼ਰ ਹੋ ਕੇ ਕਰਵਾ ਲਵਾਂ ਤੇ ਸਿੰਘ ਸਾਹਿਬ ਜੀ ਜਿਹੜੇ ਆ ਉਹ ਸਿੰਘ ਸਾਹਿਬ ਉੱਥੇ ਪਹੁੰਚਣਗੇ। ਸੋ ਇਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਅੱਜ ਕਾਫੀ ਪੰਥ ਦੀ ਚੜ੍ਹਦੀ ਕਲਾ ਵਾਸਤੇ ਜਿਹੜੀਆਂ ਵਿਚਾਰਾਂ ਹੋਈਆਂ ਨਨਕਾਣਾ ਸਾਹਿਬ ਦੀ ਸ਼ਹਾਦਤ ਦੇ ਸਾਕੇ ਦੇ ਸੰਬੰਧ ਵਿੱਚ ਵੀ, ਤੇ 400 ਸਾਲਾ ਦੇ ਸਮਾਗਮ ਜਿਹੜੇ ਬਹੁਤ ਜਲਦੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਲਿਖੇ ਜਾਣੇ ਆ। ਤੇ ਇਹ ਵੀ ਹੈ ਕਿ ਇੱਕ ਜਿਹੜਾ ਨਗਰ ਕੀਰਤਨ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕੱਢਣਾ, ਉਹ ਇੱਥੋਂ ਚੱਲੇਗਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ, ਜਿਹਦਾ ਗੁਰੂ ਕੇ ਮਹਿਲ, ਕਿਉਂਕਿ ਗੁਰੂ ਸਾਹਿਬ ਜੀ ਦਾ ਜਿਹੜਾ ਯਾਤਰਾ ਸੀ ਉਹ ਇੱਥੋਂ ਸ਼ੁਰੂ ਹੋਈ ਹੈ ਤੇ ਉਹ ਦਿੱਲੀ ਤੱਕ ਪਹੁੰਚੇਗੀ। ਹਾਂਜੀ, ਗੁਰੂ ਕੇ ਮਹਿਲ ਤੋਂ ਕਹਿੰਤਪੁਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲੈ ਲਓ, ਇੱਥੋਂ ਦਰਬਾਰ ਸਾਹਿਬ ਤੋਂ ਹੀ ਕਰਕੇ, ਕਿ ਗੁਰੂ ਕੇ ਮਹਿਲ ਵਿੱਚ ਹੀ ਆ ਜਾਂਦਾ ਹੈ। ਸ੍ਰੀ ਦਰਬਾਰ ਸਾਹਿਬ ਤੋਂ, ਅੰਮ੍ਰਿਤਸਰ ਸਾਹਿਬ ਤੋਂ ਸ਼ੁਰੂ ਕਰਕੇ ਤੇ ਉੱਥੇ ਅਸੀਂ ਪਹੁੰਚਾਵਾਂਗੇ। ਸੋ ਸਾਰੇ ਸਮਾਗਮ ਇਹ ਡੇਟ ਤੁਹਾਨੂੰ ਛੇਤੀ ਦੱਸਦੇ। ਸ਼ੀਸ਼ਗੰਜ ਸਾਹਿਬ ਤੱਕ ਜਾਊਗਾ। ਦੇਖੋ ਅਜੇ ਤੇ ਇਹ ਹੈ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਹੁਣ ਕਿੱਥੋਂ ਚੱਲਾਂਗੇ, ਉੱਥੇ ਜਾ ਕੇ ਦਿੱਲੀ ਤੱਕ ਪਹੁੰਚਾਵਾਂਗੇ। ਕੀ ਰੂਟ ਬਣਦਾ ਉਹ ਸਾਰਾ ਰੂਟ ਕਰਨ ਵਾਸਤੇ ਅਸੀਂ ਕਮੇਟੀ ਬਣਾਉਣ ਲੱਗੇ ਹਾਂ। ਸਮਾਪਤੀ ਦਿੱਲੀ ਹੋਏਗੀ ਨਾ ਜੀ, ਦਿੱਲੀ ਸਮਾਪਤੀ, ਕਿਉਂਕਿ ਗੁਰੂ ਸਾਹਿਬ ਜੀ ਦਾ ਜਿਹੜਾ ਯਾਤਰਾ ਉਹ ਸਾਰੀ ਅਸੀਂ ਦੇਖਾਂਗੇ ਕਿੱਥੋਂ ਕਿੱਥੋਂ ਗਏ ਹੈ। ਪਟਿਆਲਾ ਲਾ ਲਓ, ਤਰਨਤਾਰਨ ਸਾਹਿਬ ਲਾ ਲਓ, ਕੁਸ਼ੇਤਰ ਲਾ ਲਓ, ਸਾਰੇ ਉੱਥੇ ਤੱਕ ਲੈ ਕੇ ਜਾਵਾਂਗੇ। ਤੇ ਚਲੋ ਫਿਲਹਾਲ ਤੇ ਜੀ ਇਹੀ ਹੈ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਦਿੱਲੀ ਤੱਕ ਜਾਏਗੀ। ਅਗਲੀਆਂ ਕਿਹੜੀਆਂ ਬਣਦੀਆਂ ਉਹ ਜਦੋਂ ਅਸੀਂ 400 ਸਾਲੇ ਪ੍ਰੋਗਰਾਮ ਲਿਖਾਂਗੇ ਤੁਹਾਨੂੰ ਅਸੀਂ ਹੋਰ ਵੀ ਦੱਸਾਂਗੇ, ਕਿਉਂਕਿ ਜਿਹੜਾ ਵੱਡਾ ਫੈਸਲਾ ਸੀਗਾ ਉਹ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਫਿਲਹਾਲ ਅਜੇ ਇਹ ਅਸੀਂ ਸੋਚਿਆ। ਦੂਜੀ ਜਿਹੜੀ ਗੱਲ ਹੈਗੀ ਹੈ ਕਿ ਜਿਹੜੀ ਗ੍ਰਿਫਤਾਰ ਕੀਤੀ ਹੈ, ਜਿਸ ਤਰ੍ਹਾਂ ਇੱਕ ਲੜਕੀ ਨੌਦੀਪ ਕੌਰ ਵੀ ਹੈ, ਜਾਂ ਦੂਜੇ ਵੀ ਗ੍ਰਿਫਤਾਰ ਕੀਤੇ ਹੈ, ਉਹਨਾਂ ਨੂੰ ਤੁਰੰਤ ਰਿਹਾਈ ਵਾਸਤੇ ਬੇਨਤੀ ਕੀਤੀ ਹੈ ਕਿ ਸਰਕਾਰ ਜਿਹੜੀ ਹੈ ਉਹ ਤੁਰੰਤ ਰਿਹਾਈ ਕਰੇ, ਤਾਂ ਜੋ ਸਾਡੀਆਂ ਜਿਹੜੀਆਂ ਲੋਕ ਅੱਜ ਪਰੇਸ਼ਾਨ ਹੈ ਉਹਨਾਂ ਦੀ ਪਰੇਸ਼ਾਨੀ ਖਤਮ ਕੀਤੀ ਜਾਵੇ। ਤੇ ਸਰਕਾਰ ਕੋਲੋਂ ਇਹ ਵੀ ਮੰਗ ਕਰਦੇ ਹਾਂ ਕਿ ਜਿਹੜੇ ਕਿਸਾਨ ਬਿੱਲ ਕਿਸਾਨਾਂ ਦੇ ਹੱਕ 'ਚ ਨਹੀਂ, ਉਹਨਾਂ ਦੇ ਵਿਰੋਧੀ ਹੈ, ਉਹਨਾਂ ਨੂੰ ਤੁਰੰਤ ਜਿਹੜਾ ਉਹ ਰੱਦ ਕੀਤਾ ਜਾਵੇ। ਸੈਕਸ਼ਨ 87 ਤੋਂ 85 ਤੱਕ ਜਿਹੜੇ ਕੇਸ ਹੋਣੇ ਹੈ, ਜਿਹੜੇ ਗਏ ਹੋਏ ਹੈ ਉਹ ਹੋਮ ਮਿਨਿਸਟਰ ਦੇ ਨਾਲ ਉਹਨਾਂ ਦੀ ਗੱਲਬਾਤ ਕੀਤੀ ਜਾਵੇ, ਤੇ ਜਿਹੜੇ ਕੇਸ ਰਹਿੰਦੇ ਹੈ ਹੋਰ ਤਿਆਰ ਹੈ ਉਹਨਾਂ ਨੂੰ ਸੈਕਸ਼ਨ 85 ਵਿੱਚ ਲਿਆਉਣ ਵਾਸਤੇ ਉੱਥੇ ਸੈਂਟਰ ਸਰਕਾਰ ਨੂੰ ਭੇਜੇ ਜਾ ਸਕਣ, ਤਾਂ ਜੋ ਜਿਨ੍ਹਾਂ ਦੀ ਸਾਲਾਨਾ ਆਮਦਨ 35 ਲੱਖ ਰੁਪਏ ਹੋ ਜਾਂਦੀ ਹੈ ਉਹ ਫਿਰ ਸਿੱਧੇ 85 ਥੱਲੇ ਆਉਂਦੇ ਹੈ। ਉਹ ਸਾਰੀ ਜਿਹੜੀ ਹੈ ਅਸੀਂ ਕਾਰਵਾਈ ਸ਼ੁਰੂ ਕਰਨ ਲੱਗੇ। ਸੋ ਮੇਰਾ ਖਿਆਲ ਹੈ ਕਿ ਇੰਨੀ ਕੁ ਮੇਨ ਜਿਹੜੀਆਂ ਚੀਜ਼ਾਂ ਸੀ, ਬਾਕੀ ਤੇ ਅਸੀਂ ਜਿਹੜੀਆਂ ਸਾਰੀਆਂ 85 ਦੇ ਗੁਰਦੁਆਰਿਆਂ ਦੀਆਂ ਗੱਲਾਂ, 87 ਦੇ ਗੁਰਦੁਆਰਿਆਂ ਦੇ ਕੋਈ ਪ੍ਰਬੰਧ ਦੇ ਸੁਧਾਰ,
ਜਾਂ ਕੋਈ ਜਿੰਨੇ ਵੀ ਅਸੀਂ ਕਾਰਜ ਕੀਤੇ ਹੁੰਦੇ ਆ ਉਹਨਾਂ ਦੀ ਪੁਸ਼ਟੀਆਂ ਹੁੰਦੀਆਂ। ਤੇ ਜਿੱਥੇ ਜਿੱਥੇ ਕੋਈ 10 ਲੱਖ ਰੁਪਇਆ ਜਿਹੜਾ ਸੀ ਦਿੱਤਾ ਸੀਗਾ, ਮੈਂ ਗਈ ਸੀਗੀ ਇੰਦੌਰ ਦੇ ਵਿੱਚ, ਉੱਥੇ ਉਹਨਾਂ ਨੇ ਮੰਗ ਕੀਤੀ ਸੀਗੀ ਕਿ 10 ਲੱਖ ਰੁਪਇਆ ਸਾਨੂੰ ਦਿੱਤਾ ਜਾਵੇ ITI ਖੋਲ੍ਹਣ ਵਾਸਤੇ, ਜਿਹੜੇ ਸ਼ਿਗਲੀਗਰ ਬੰਜਾਰੇ ਹੈ ਉਹਨਾਂ ਦਾ ਕੀਤਾ, ਕਿਉਂਕਿ ਉਹ ਹੈਗਾ ਟ੍ਰੇਨਿੰਗ ਲੈਣ ਵਾਲਾ ਸੀਗਾ। ਤੇ ਉੱਥੇ ਫਿਰ ਸਿੰਘ ਸਭਾ ਗੁਰਦੁਆਰੇ ਦੇ ਪ੍ਰਧਾਨ ਸਾਹਿਬ ਨੇ ਮੰਗ ਕੀਤੀ ਸੀਗੀ ਕਿ ਸਾਨੂੰ ਉਹਨੂੰ ਦਿਓ, ਤੇ ਉੱਥੇ 10 ਲੱਖ ਰੁਪਇਆ ਮੈਂ ਐਲਾਨ ਕੀਤਾ ਸੀਗਾ। ਤੇ 5 ਲੱਖ ਰੁਪਇਆ ਉੱਥੇ ਗੁਰਮਤਿ ਕੇਂਦਰ ਖੋਲ੍ਹਣ ਵਾਸਤੇ, ਕਿਉਂਕਿ ਉੱਥੇ ਪ੍ਰਚਾਰਕ ਮੰਗਦੇ ਸੀ ਉਹ ਕਿ ਸਾਨੂੰ ਗੁਰਮਤਿ ਦਾ ਕੇਂਦਰ ਖੋਲ੍ਹ ਕੇ ਦਿੱਤਾ ਜਾਏ, ਪ੍ਰਚਾਰਕ ਦਿੱਤੇ ਜਾਣ, ਰਾਗੀ ਦਿੱਤੇ ਜਾਣ, ਢਾਡੀ ਦਿੱਤੇ ਜਾਣ। ਇੱਥੋਂ ਜਾ ਕੇ ਸਾਡੇ ਪ੍ਰਚਾਰਕਾਂ ਦਾ ਰਹਿਣਾ, ਰਾਗੀਆਂ ਦਾ ਰਹਿਣਾ ਬੜਾ ਔਖਾ ਹੁੰਦਾ ਹੈ। ਮੈਂ ਉਹਨੂੰ ਕਿਹਾ, ਫਿਰ ਮੈਂ ਹੀ ਉਹਨਾਂ ਨੂੰ ਕਿਹਾ ਕਿ ਤੁਸੀਂ ਇੱਥੇ ਗੁਰਮਤਿ ਕੇਂਦਰ ਖੋਲ੍ਹੋ ਤੇ ਮੈਂ ਤੁਹਾਡੀ ਪੂਰੀ ਸ਼੍ਰੋਮਣੀ ਕਮੇਟੀ ਵੱਲੋਂ ਮਦਦ ਕਰ ਦਿੰਦੀ ਹਾਂ, ਤਾਂ ਜੋ ਪ੍ਰਚਾਰਕ ਉੱਥੋਂ ਹੀ ਤਿਆਰ ਕਰੋ, ਉੱਥੇ ਹੀ ਰਾਗੀ ਤਿਆਰ ਕਰੋ, ਉੱਥੇ ਹੀ ਕਥਾਵਾਚਕ ਤਿਆਰ ਕਰੋ, ਤਾਂ ਜੋ ਕੌਮ ਜਿਹੜੀ ਪੂਰਨ ਸਿੱਖੀ ਸਰੂਪ ਵਿੱਚ ਰਹਿੰਦੀ ਆ, ਉਹ ਸ਼ਿਗਲੀਗਰ, ਉਹਨਾਂ ਨੂੰ ਪਰੇਸ਼ਾਨੀ ਨਾ ਆ ਸਕੇ, ਤੇ ਉਹ ਜਿਹੜੇ ਆ ਲੋਕ ਉਹ ਰੋਟੀ ਆਪਣੀ ਕਮਾ ਸਕਣ ਤੇ ਲੋਕਾਂ ਦੇ ਵਿੱਚ ਗੁਰਸਿੱਖੀ ਦਾ ਪ੍ਰਚਾਰ ਕਰ ਸਕਣ। ਪਰਸੋਂ 15 ਤਰੀਕ ਨੂੰ ਭਾਈ ਲਛਮਣ ਸਿੰਘ ਜੀ 15 ਤਰੀਕ ਨੂੰ ਪਹਿਲਾਂ ਉਹਨਾਂ ਦੀ ਫੋਟੋ ਜਿਹੜੀ ਹੈ ਅਜਾਇਬ ਘਰ 'ਚ ਲੱਗਣੀ ਹੈ, ਤੇ ਨਾਲ ਇੱਕ ਮਤਾ ਆਇਆ ਕਿ ਸੰਤ ਮੋਹਨ ਸਿੰਘ ਜੀ ਪਿੰਡਰ ਕਲਾਂ ਵਾਲੇ ਜਿਹੜੇ ਚੜ੍ਹਾਈ ਕਰ ਗਏ ਹੈ, ਉਹਨਾਂ ਦੀ ਫੋਟੋ ਉਹਨਾਂ ਦੀ ਮੰਗ ਆਈ ਸੀ, ਉਹਨੂੰ ਵੀ ਇੱਕ ਪ੍ਰਵਾਨਗੀ ਦਿੱਤੀ ਹੈ ਕਿ ਉੱਥੇ ਫੋਟੋ ਜਿਹੜੀ ਅਜਾਇਬ ਘਰ 'ਚ ਲਾਈ ਜਾਵੇ। ਬੀਬੀ ਜੀ, ਭਾਈ ਰਾਜੋਵਾਲ ਦੀ ਰਿਹਾਈ 'ਚ ਕੀ ਅੜਿੱਕਾ ਹੈ ਤੇ ਹੁਣ ਤੱਕ ਸ਼੍ਰੋਮਣੀ ਕਮੇਟੀ ਨੇ ਵਕੀਲਾਂ ਨੂੰ ਕਿੰਨਾ ਪੈਸਾ ਦਿੱਤਾ ਜਿਹਦਾ ਰਜਿਸਟਰ? ਦੇਖੋ, ਹੁਣ ਐਗਜ਼ੈਕਟ ਨਹੀਂ, ਅਸੀਂ ਹਰ ਪੇਸ਼ੀ ਦਾ 11 ਲੱਖ ਰੁਪਇਆ ਦੇ ਰਹੇ ਹਾਂ, ਤੇ ਐਗਜ਼ੈਕਟ ਤੁਸੀਂ ਕਹੋਗੇ ਤਾਂ ਮੈਂ ਕਢਾ ਕੇ ਦੇ ਦੂੰਗੀ, ਫਿਰ ਅਸੀਂ ਠਹਿਰ ਕੇ ਦੱਸ ਦਿੰਦੇ ਹਾਂ, ਮੈਂ ਪੁੱਛ ਲੈਂਦੀ ਉਹਨਾਂ ਨੂੰ ਠਹਿਰ ਕੇ। ਮੈਂ ਵੱਡੀ ਰਾਸ਼ੀ ਚੱਲ ਪਈ ਹੈ, ਮੇਰੇ ਖਿਆਲ ਹੈ ਕੋਈ 5-6 ਪੇਸ਼ੀਆਂ ਦੇ ਪੈਸੇ ਚਲੇ ਜਾ ਚੁੱਕੇ, 60 ਲੱਖ ਤੋਂ ਉੱਪਰ ਚਲੇ ਜਾ ਰਹੇ। ਸੁਪਰੀਮ ਕੋਰਟ ਨੇ ਭਾਰਤ ਸਰਕਾਰ ਨੂੰ ਹਦਾਇਤ ਦਿੱਤੀ ਹੋਈ ਹੈ, ਹੁਣ ਇਹ ਭਾਰਤ ਸਰਕਾਰ ਦੀ ਕਮਜ਼ੋਰੀ ਹੈ, ਭਾਰਤ ਸਰਕਾਰ ਨਹੀਂ ਫੈਸਲਾ ਕਰ ਰਹੀ। ਇਹ ਭਾਰਤ ਸਰਕਾਰ ਸਿੱਖ ਵਿਰੋਧੀ ਹੈ, ਪਹਿਲਾਂ ਸਾਡੇ ਨਾਲ ਸੀ। ਦੇਖੋ ਭਾਰਤ ਦੀ ਸਰਕਾਰ ਸਾਡੀ ਹੈ, ਸਾਡੀ ਸਾਰਿਆਂ ਦੀ ਹੈ। ਭਾਰਤ ਸਰਕਾਰ ਜਿਹੜੀ ਹੈ ਸਾਡੀ ਸਾਰਿਆਂ ਦੀ ਹੈ। ਜਦੋਂ ਅਸੀਂ ਸਰਕਾਰ ਦੇ ਵਿੱਚ ਭਾਈਵਾਲ ਸੀ, ਅਸੀਂ ਉਦੋਂ ਵੀ ਗੱਲ ਇਹ ਨਹੀਂ ਕਿ ਅਸੀਂ ਰਾਜੋਵਾਨ ਦੀ ਗੱਲ ਨਹੀਂ ਕੀਤੀ, ਜਾਂ ਅਸੀਂ ਕਰਦੇ ਆਏ ਹਾਂ। ਜਿਹੜੇ ਵੀ ਕੋਈ ਵਾਧੇ ਧੱਕੇ ਹੋਏ ਹੈ ਭਾਰਤ ਸਰਕਾਰ ਨਹੀਂ ਕਰਦੀ, ਅਸੀਂ ਉਹਨਾਂ ਦੀ ਗੱਲ ਉਠਾਉਂਦੇ ਹਾਂ। ਇਹ ਮਤ ਸੋਚੀਏ ਕਿ ਜੇ ਸਰਕਾਰ ਵਿੱਚ ਸਾਡਾ ਮੰਤਰੀ ਬੈਠਾ ਸੀ ਤੇ ਅਸੀਂ ਕੋਈ ਡਿਵੈਲਪਮੈਂਟ ਦੀ ਗੱਲ ਨਹੀਂ ਕੀਤੀ, ਅਸੀਂ ਕੋਈ ਪੰਜਾਬ ਦੇ ਲੋਕਾਂ ਦੀ ਗੱਲ ਨਹੀਂ ਕੀਤੀ, ਅਸੀਂ ਪੰਜਾਬ ਦੇ ਹੋਏ ਤਸ਼ੱਦਦ ਦੀ ਗੱਲ ਨਹੀਂ ਕੀਤੀ। ਜੇ 84 ਦੇ ਕਤਲ ਹੋਏ ਸੀ, ਉਹਨਾਂ ਵਾਸਤੇ ਵੀ ਸਜ਼ਾਵਾਂ ਦੀ ਗੱਲ ਕੀਤੀ ਹੈ, ਉਹਨਾਂ ਦੀ ਵੀ ਪੈਰਵਾਈ ਕੀਤੀ ਹੈ, ਪੂਰੇ ਤਰ੍ਹਾਂ ਨਾਲ ਸਜ਼ਾਵਾਂ ਵੀ ਦਵਾਈਆਂ, ਔਰ ਉਹਨਾਂ ਦੇ ਕੇਸ ਵਾਪਸ ਵੀ ਖੁਲਵਾਏ ਹੈ। ਜੇ ਕਿਤੇ ਵੀ ਕੋਈ ਭੀੜ ਬਣੀ ਹੈ ਜਾਂ ਪੀੜਾ ਆਈ ਹੈ, ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਮੈਂਬਰ ਪਾਰਲੀਮੈਂਟ ਜਿਹੜੇ ਵਿੱਚ ਬੈਠੇ ਸੀ ਜਾਂ ਵਜ਼ੀਰ ਬੈਠੇ ਸੀ, ਉਹਨਾਂ ਨੇ ਦੁਹਾਈ ਪਾ ਕੇ ਉਹਨਾਂ ਗੱਲਾਂ ਨੂੰ ਹੱਲ ਕਰਾਇਆ। ਔਰ ਜੇ ਕਿਤੇ ਇੱਥੇ GST ਲੱਗ ਗਈ ਤਾਂ ਅਸੀਂ ਕਹਿ ਕੇ ਕਰਾਇਆ, ਜੇ ਕੋਈ ਵੀ ਗੱਲ ਹੈ ਇੱਥੇ FSR ਲੈਣੀ ਸੀ ਉਹ ਤਾਂ ਅਸੀਂ ਕਹਿ ਕੇ ਕਰਾਇਆ। ਸੋ ਜਦੋਂ ਸੈਂਟਰ ਵਿੱਚ ਬੈਠੇ ਸੀ, ਅਸੀਂ ਸੈਂਟਰ ਦਾ ਕੰਮ ਵੀ ਕੀਤਾ। ਹੁਣ ਵੀ ਮੈਂਬਰ ਪਾਰਲੀਮੈਂਟ ਦੇ ਤੌਰ ਦੇ ਉੱਤੇ ਬਾਦਲ ਸਾਹਿਬ ਨੇ ਕਿਸਾਨਾਂ ਦੀ ਗੱਲ ਨੂੰ ਉੱਚੀ ਚੁੱਕ ਕੇ, ਜਿੱਥੇ ਉਹਨਾਂ ਨੇ ਇਨਸਾਫ ਦੀ ਗੱਲ ਕੀਤੀ ਹੈ, ਉੱਥੇ ਵਜ਼ੀਰੀਆਂ ਤੋਂ ਅਸਤੀਫੇ ਵੀ ਦਿੱਤੇ ਹੈ। ਜਿੱਥੇ ਸਾਨੂੰ ਧੱਕਾ ਹੋਇਆ, ਅਸੀਂ ਉੱਥੇ ਅਸਤੀਫੇ ਵੀ ਦਿੱਤੇ ਹੈ, ਅਸੀਂ ਛੱਡ ਕੇ ਵੀ ਆਏ ਹਾਂ। ਇਹ ਨਹੀਂ ਕੋਈ ਗੱਲ ਕਿ ਅਸੀਂ ਉਹਨਾਂ ਦੇ ਪਿੱਛੇ ਲੱਗੇ ਹਾਂ। ਜੇ ਸਾਡੇ ਨਾਲ ਧੱਕਾ ਕਰਨਗੇ, ਅਸੀਂ ਨਹੀਂ ਬਰਦਾਸ਼ਤ ਕਰਾਂਗੇ, ਭਾਵੇਂ ਕੋਈ ਵੀ ਸਰਕਾਰ ਹੋਵੇ। ਪ੍ਰਧਾਨ ਜੀ, ਸੁਪਰੀਮ ਕੋਰਟ ਵੱਲੋਂ ਹਦਾਇਤ ਕੀ ਦਿੱਤੀ ਗਈ ਹੈ ਸੈਂਟਰ ਗਵਰਨਮੈਂਟ ਨੂੰ? ਇਹੀ ਹੈ ਕਿ ਇਹਨਾਂ ਦੀ ਜਿਹੜੀ ਜੇ ਸਜ਼ਾ ਪੂਰੀ ਹੋ ਗਈ ਹੈ, ਉਹਨਾਂ ਨੇ ਤੇ ਇਹ ਗੱਲ ਕਹੀ ਫਾਂਸੀ ਦੀ ਸੀ ਨਾ ਜੀ, ਫਾਂਸੀ ਦੀ ਸੀ। ਫਾਂਸੀ ਦੇ ਸੁਪਰੀਮ ਕੋਰਟ ਨੇ ਮੁੜ ਕੇ ਭਾਰਤ ਸਰਕਾਰ ਨੂੰ ਭੇਜ ਦਿੱਤਾ ਗਿਆ। ਮੋਦੀ ਸਾਹਿਬ ਨੇ ਲਿਖਤੀ ਤੌਰ ਤੇ ਕੋਈ ਭੇਜਿਆ ਜਾਊਗਾ? ਦੇਖੋ, ਵਫਦ ਰਿਹਾਈ ਵਾਸਤੇ ਫਿਲਹਾਲ ਤੇ ਅਸੀਂ ਵਕੀਲ ਕੀਤੇ ਹੋਏ ਆ, ਦਿੱਲੀ ਕਮੇਟੀ ਵੱਲੋਂ ਕਰਵਾ ਦਿੱਤੇ, ਕਿਉਂਕਿ ਉੱਥੇ ਲਾਗੇ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਲਾਈ ਸੀ ਸ਼੍ਰੋਮਣੀ, ਉੱਥੇ ਜਿਹੜਾ ਦਿੱਲੀ ਅਕਾਲੀ ਦਲ ਹੈ ਉਹਨਾਂ ਦੀ ਡਿਊਟੀ ਲਾਈ ਹੈ। ਉਹ ਸਾਰੇ ਕੇਸ ਉੱਤੇ ਲਾਗੇ ਲੜ ਰਹੇ ਹੈ। ਸਾਰੇ ਵਕੀਲ ਜਿਹੜੇ ਉਹਨਾਂ ਕੀਤੇ ਹੋਏ ਹੈ, 3 ਦੀ ਰਿਹਾਈ ਹੋ ਗਈ ਹੈ। ਬਾਕੀ ਜਿਹੜੀ ਰਿਹਾਈ ਕਰਾਉਣ ਵਾਸਤੇ ਉਹ ਆਪਣੀ ਕੇਸ ਲੜ ਰਹੇ ਹੈ। ਜੀ, ਰਾਜ ਸਭਾ 'ਚ ਕੱਲ ਮੋਦੀ ਜੀ ਨੇ ਕਿਹਾ ਸਿੱਖਾਂ ਦੀਆਂ ਸੇਵਾਵਾਂ ਤੇ ਜਿਹੜਾ ਹੈਗਾ ਮਾਣ ਹੈ ਦੇਸ਼ ਨੂੰ, ਉਹਨਾਂ ਨੂੰ ਨਹੀਂ ਚਾਹੀਦਾ ਕਿ ਸਿੱਖਾਂ ਦੇ ਜਿਹੜੇ ਮਸਲੇ ਆ ਉਹਨਾਂ ਨੂੰ ਵੀ ਗੰਭੀਰਤਾ ਦੇ ਨਾਲ ਦੇਖ ਕੇ ਹੱਲ ਕੀਤੇ ਜਾਣ। ਜਿਵੇਂ ਕਿ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਆ ਜਾਂ ਹੋਰ ਗੁਰਦੁਆਰੇ ਨੇ ਆਪਣੇ ਵਿਛੋੜੇ ਗਏ ਨੇ, ਜਾਂ ਸਿੱਖ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਇਹਨਾਂ ਦੀਆਂ ਰਿਹਾਈਆਂ ਨੇ। ਜੇ ਭਾਰਤ ਸਰਕਾਰ ਨੂੰ ਇਸ ਗੱਲ ਦਾ ਅਹਿਸਾਸ ਹੋ ਜੇ ਕਿ ਸਿੱਖਾਂ ਦੀਆਂ ਕੁਰਬਾਨੀਆਂ ਦੇ ਉੱਤੇ ਉਹਨਾਂ ਨੂੰ ਮਾਣ ਹੈ, ਤਾਂ ਫਿਰ ਮੇਰਾ ਖਿਆਲ ਹੈ ਕਿ ਸਿੱਖ ਕਦੀ ਇੰਨਾ ਰੌਲਾ ਨਾ ਪਾਉਣਾ ਪੈ ਜੇ, ਇੰਨੀ ਬੇਇਨਸਾਫੀ ਦੀ ਗੱਲ ਨਾ ਕਹਿਣੀ ਪਵੇ। ਜੋ ਧੱਕੇ, ਜੋ ਜੁਰਮ ਸਾਡੇ ਨਾਲ ਹੋ ਰਹੇ ਹੈ, ਫਿਰ ਸਾਨੂੰ ਸੰਘ ਪਾੜ ਕੇ ਬਾਰ-ਬਾਰ ਨਾ ਕਹਿਣਾ ਪਵੇ। ਪ੍ਰਧਾਨ ਮੰਤਰੀ ਜੀ ਨੂੰ ਜੇ ਇਸ ਗੱਲ ਦਾ ਗਿਆਨ ਹੈ
ਕਿ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਨਹੀਂ ਭੁਲਾਇਆ ਜਾ ਸਕਦਾ। ਸਿੱਖਾਂ ਦੀਆਂ ਕੁਰਬਾਨੀਆਂ ਕਰਕੇ ਜਾਂ ਪੰਜਾਬੀਆਂ ਦੀਆਂ ਕੁਰਬਾਨੀਆਂ ਕਰਕੇ ਅਸੀਂ ਆਜ਼ਾਦ ਹੋਏ ਹਾਂ। ਤੇ ਮੇਰਾ ਖਿਆਲ ਹੈ ਉਹਨਾਂ ਨੂੰ ਤੇ 1 ਮਿੰਟ ਨਹੀਂ ਲਾਉਣਾ ਚਾਹੀਦਾ। ਜੋ ਅੱਜ ਕਿਸਾਨੀ ਮੁੱਦਾ ਹੈ, ਜੇ ਉਹਦੇ ਵਾਸਤੇ ਆਵਾਜ਼ ਉੱਠ ਰਹੀ ਹੈ ਤੇ ਕਿਸਾਨ ਇੱਕ ਸਿੱਖ ਵੀ ਹੈ, ਕਿਸਾਨ ਇੱਕ ਪੰਜਾਬੀ ਵੀ ਹੈ, ਕਿਸਾਨ ਹਿੰਦੁਸਤਾਨੀ ਵੀ ਹੈ, ਦੇਸ਼ ਵਾਸੀ ਵੀ ਹੈ ਤੇ ਭਾਰਤ ਦੇ ਲੋਕਾਂ ਨੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ। ਤੇ ਅੱਜ ਪ੍ਰਧਾਨ ਮੰਤਰੀ ਜੀ ਨੂੰ ਤੁਰੰਤ ਇਹ ਫੈਸਲੇ ਕਰਨੇ ਚਾਹੀਦੇ ਹੈ ਜਿਨ੍ਹਾਂ ਨੂੰ ਲੋਕਾਂ ਨੇ ਦਿਲਾਂ ਨੂੰ ਜਿਹੜਾ ਉਹ ਸ਼ਾਂਤੀ ਮਿਲ ਸਕੇ। ਰਾਜੀ ਉਹਨਾਂ ਨੇ ਤੇ ਫਿਰ ਕਿਹਾ ਪ੍ਰਧਾਨ ਮੰਤਰੀ ਨੇ ਵੀ ਸਿੱਖਾਂ ਕਿਸਾਨਾਂ ਦੇ ਕਿਸਾਨਾਂ ਦੇ ਹੱਕ 'ਚ ਜਿਹੜੇ ਲਾਭ ਮਿਲੇਗਾ, ਮੌਕਾ ਦੇਣਾ ਚਾਹੀਦਾ। ਦੇਖੇ ਨਹੀਂ, ਉਹ ਤੇ ਵਾਰ-ਵਾਰ ਕਹੀ ਜਾ ਰਹੇ ਆ। ਜੇ ਹੱਕ 'ਚ ਹੋਣ ਤੇ ਇਹਨਾਂ ਨੂੰ ਚਾਅ ਹੁੰਦਾ ਕਿ ਇੰਨੇ ਲੋਕ ਜਿਹੜੇ ਆਪਣੀਆਂ ਜਾਨਾਂ ਗਵਾਉਣ ਡੇ। ਜੇ ਹੱਕ 'ਚ ਹੋਣ ਤੇ ਹੁਣ ਤੇ ਇਕੱਲੇ ਪ੍ਰਧਾਨ ਮੰਤਰੀ ਜੀ ਦੀ ਗੱਲ ਨਹੀਂ ਰਹਿ ਗਈ, ਹੁਣ ਤੇ ਮੁਲਕਾਂ ਦੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਸਾਡੇ ਹੱਕ 'ਚ ਨਹੀਂ। ਇਹ ਵੀ ਕਿਹਾ ਜੀ ਸਿੱਖ ਗੁੰਮਰਾਹ ਹੋ ਰਹੇ ਆ। ਚਲੋ ਦੇਖੋ ਜੀ, ਗੱਲ ਇਹ ਸਿੱਖਾਂ ਦੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਲੜਾਈ ਨਹੀਂ ਹੈ, ਇਹ ਦੇਸ਼ ਦੇ ਕਿਸਾਨਾਂ ਦੀ ਲੜਾਈ ਹੈ। ਇਹ ਦੇਸ਼ ਦੇ ਕਿਸਾਨਾਂ ਦੇ ਹੱਕਾਂ ਦੀ ਗੱਲ ਹੈ। ਸਿੱਖਾਂ ਦੀ ਲੜਾਈ ਜਿਹੜੀ ਹੁੰਦੀ ਹੈ, ਅਸੀਂ ਸਿੱਖਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮਜਦ ਮੋਰਚੇ ਲਾ ਕੇ ਗੁਰਦੁਆਰਾ ਸੁਧਾਰ ਲਾ ਕੇ ਅਸੀਂ ਲੜ ਲਈਆਂ ਨੇ, ਅਸੀਂ ਕੁਰਬਾਨੀਆਂ ਦੇ ਲਈਆਂ ਨੇ। ਔਰ ਜਿੱਥੇ ਸਿੱਖਾਂ ਦੇ ਮਸਲੇ ਹੋਣਗੇ ਅਸੀਂ ਲੜਾਈਆਂ ਕਰਾਂਗੇ, ਅਸੀਂ ਜੁਰਤ ਨਾ ਕਰਾਂਗੇ। ਪਰ ਇਹ ਕਿਸਾਨਾਂ ਦਾ ਮੁੱਦਾ ਹੈ। ਇਹ ਇਕੱਲਾ ਆਪਾਂ ਇਹ ਨਾ ਕਹੀਏ ਕਿ ਸਿੱਖਾਂ ਦਾ ਤੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਮੁੱਦਾ ਹੈ। ਇਹ ਦੇਸ਼ ਦੇ ਕਿਸਾਨਾਂ ਦਾ ਮੁੱਦਾ ਲੈ ਕੇ ਤੁਰੋ। ਇਹਨੂੰ ਇਕੱਲੇ ਸਿੱਖਾਂ ਨਾਲ ਸਮਝੋ ਕਿ ਇਕੱਲੇ ਸਿੱਖਾਂ ਦਾ ਮੁੱਦਾ। ਹਾਂ, ਸਿੱਖ ਜਿਹੜੇ ਆ ਉਹ ਜੂਝ ਕੇ ਲੜਦੇ ਆ ਹਰ ਗੱਲ ਵਾਸਤੇ, ਹੱਕਾਂ ਵਾਸਤੇ, ਤਾਂ ਉਹ ਜ਼ਿਆਦਾ ਦਿਸਦੇ ਉਹਨਾਂ ਨੂੰ ਕਿ ਇਕੱਲੇ ਖਾਲੀ ਸਿੱਖਾਂ ਦਾ ਮਸਲਾ। ਸਿੱਖਾਂ ਦਾ ਮਸਲਾ ਕਿਉਂ ਬਣਾਉਂਦੇ ਆ ਜੀ? ਇਹਨੂੰ ਬਣਾਉਣ ਦੇਸ਼ ਦੇ ਕਿਸਾਨਾਂ ਦਾ ਮੁੱਦਾ। ਉਹ ਕਹਿੰਦੇ ਕੁਝ ਮੁਜ਼ਾਹਰਾਕਾਰੀ ਵੀ ਚੱਲ ਪਏ ਨੇ ਜਿੱਥੇ ਥਾਂ ਤੇ। ਮਸਲਾ ਇਹ ਹੈ ਕਿ ਜੋ ਉਹ ਕਰ ਰਹੇ ਹੈ ਅਸੀਂ ਉਹਦੀ ਨਿੰਦਾ ਵੀ ਕਰਦੇ ਹਾਂ ਔਰ ਉਹ ਗਲਤ ਕਰ ਰਹੇ ਹੈ। ਦੇਸ਼ ਦੇ ਲੋਕਾਂ ਦੇ ਹੱਕ ਮਿਲਣੇ ਚਾਹੀਦੇ ਹੈ। ਦੇਸ਼ ਆਜ਼ਾਦ ਸਾਡੀਆਂ ਕੁਰਬਾਨੀਆਂ ਨਾਲ ਹੀ ਹੋਇਆ। ਜੇ ਦੇਸ਼ ਵਾਸੀਆਂ ਨੂੰ ਅੱਜ ਮਾਣ ਹੈ ਆਪਣੇ ਦੇਸ਼ ਦੀ ਸਰਕਾਰ ਉੱਤੇ, ਤੇ ਦੇਸ਼ ਦੀ ਸਰਕਾਰ ਦਾ ਵੀ ਫਰਜ਼ ਬਣਦਾ ਕਿ ਉਹਨਾਂ ਦੀ ਆਵਾਜ਼ ਨੂੰ ਸੁਣ ਸਕਣ। ਜਿਨ੍ਹਾਂ ਤੋਂ ਦੇਖੋ ਜਿਹੜੀ ਜੋਤ ਜਗਦੀ ਹੁੰਦੀ ਨਾ ਜੀ, ਉਹਨੂੰ ਬੁਝਾਉਣਾ ਚਾਹੁੰਦਾ ਹਰ ਕੋਈ। ਸਿੱਖਾਂ ਦੀ ਇਹਦਾ ਮਤਲਬ ਸਿੱਖਾਂ ਦੀ ਧਾਕ ਹੈਗੀ, ਇਹ ਜੋਤ ਤਕੜੀ ਹੈ, ਇਸ ਕਰਕੇ ਉਹਨਾਂ ਤੋਂ ਲੋਕੀ ਡਰਦੇ। ਕਰੋ ਜੀ, ਸਾਡਾ ਪਰਿਵਾਰ ਹੈ, ਅਸੀਂ ਆਪੇ ਕਰ ਲਾਂਗੇ। ਚਮੋਲੀ 'ਚ 150 ਤੋਂ ਵੱਧ ਬੰਦਾ ਲਾਪਤਾ ਹੋਇਆ ਜੀ ਗਲੇਸ਼ੀਅਰ ਪਟਨਾ। ਆ ਜਿਹੜੇ ਜੀ ਮੋਰਚੇ 'ਚ ਜਿਹੜੇ ਲਾਪਤਾ ਹੋਏ ਆ ਉਹਨਾਂ ਦੀ ਸਰਕਾਰ ਨੂੰ ਤੁਰੰਤ ਭਾਲ ਕਰਨੀ ਚਾਹੀਦੀ ਹੈ ਔਰ ਜੇ ਕੋਈ ਨੁਕਸਾਨ ਹੋਇਆ ਤੇ ਉਹ ਵੀ ਦੇਖਣਾ ਚਾਹੀਦਾ। ਇੱਕ ਨਿੱਜੀ ਚੈਨਲ ਤੇ ਨਿੱਜੀ ਚੈਨਲ ਨੇ ਤੁਹਾਨੂੰ ਗੁਰਬਾਣੀ ਪ੍ਰਸਾਰਣ ਵਾਸਤੇ ਇੱਕ ਚੈਨਲ ਦੇ ਲਈ ਐਗਰੀਮੈਂਟ ਕੀਤਾ ਸੀ, ਲੇਕਿਨ 2 ਹੋਰ ਚੈਨਲਾਂ ਤੇ ਵੀ ਚਲਾਈ ਜਾ ਰਹੀ ਹੈ। ਕੋਈ ਕਿਸੇ ਕਿਸਮ ਦੀ ਟਿੱਪਣੀ ਨਹੀਂ ਜੀ ਆਈ। ਤੁਹਾਡੇ ਐਗਜ਼ੈਕਟਿਵ ਦੇ ਮੈਂਬਰ ਨਹੀਂ ਕੋਈ ਐਸੀ ਗੱਲ ਨਹੀਂ। ਦੇਖੋ ਦੋਸ਼ੀ ਕੌਣ ਹੈ ਕੌਣ ਨਹੀਂ ਹੈਗਾ ਉਹ ਹਾਲਾਤ ਉੱਥੇ ਦੱਸ ਸਕਦੇ ਆ। ਮੈਨੂੰ ਤੇ ਪਤਾ ਨਹੀਂ ਹੁੰਦਾ ਵੀ ਦੋਸ਼ੀ ਕੌਣ ਹੈ, ਉੱਥੇ ਕੀ ਹਾਲਾਤ ਬਣੇ ਹੁਣ। ਤੇ ਉਹ ਜਿਹੜੀ ਸਰਕਾਰ ਹੈ ਸਾਰਾ ਕੁਝ ਆਪ ਹੀ ਕਰਾ ਕੇ, ਏਜੰਸੀਆਂ ਨੇ ਆਪ ਕਰਵਾ ਕੇ ਅੱਜ ਦੋਸ਼ੀ ਦੂਜਿਆਂ ਨੂੰ ਕਰਾਰ ਕਰਦੇ ਆ। ਤੇ ਫਿਰ ਸਰਕਾਰ ਕੀ ਕਰਦੀ ਸੀ ਉਸ ਵੇਲੇ? ਸਰਕਾਰ ਨੇ ਕਿਉਂ ਆਪਣੇ ਪ੍ਰਬੰਧ ਜਿਹੜੇ ਸੀਗੇ ਕੀਤੇ? ਉਹ ਤੇ ਆਪ ਹੀ ਦੇਖ ਰਹੇ ਸੀ। ਜਦੋਂ ਜਾ ਰਹੇ ਸੀ ਸਾਰੇ ਕਿਲੇ ਵੱਲ ਨੂੰ ਤੇ ਆਪ ਤੋਰੇ ਸਾਰਿਆਂ ਨੂੰ। ਤੇ ਕਿਲੇ ਤੇ ਜਾਣਾ ਕੋਈ ਪਾਪ ਨਹੀਂ ਸੀਗਾ। ਜੋ ਚਲੇ ਵੀ ਗਏ ਸੀਗੇ, ਜੇ ਉੱਥੇ ਨਿਸ਼ਾਨ ਸਾਹਿਬ ਵੀ ਚੜਾ ਦਿੱਤਾ ਤੇ ਕਿਹੜਾ ਕੋਈ ਪਾਪ ਹੋ ਗਿਆ ਸੀਗਾ? ਐਡਾ ਵੱਡਾ ਜ਼ੁਲਮ ਨਹੀਂ ਕਰਨਾ ਚਾਹੀਦਾ ਕਿ ਇੰਨੀ ਕੁੱਟ, ਇੰਨਾ ਮਾਰ, ਇੰਨਾ ਜ਼ੁਲਮ ਉੱਥੇ ਕੀਤਾ ਗਿਆ। ਉੱਥੇ ਕੋਈ ਵੀ ਸੱਟਾਂ ਲੱਗੀਆਂ, ਮੈਂ ਤੇ ਇਹ ਵੀ ਕਹਿੰਦੀ ਹਾਂ ਕਿ ਜੇ ਸਾਡੇ ਸੈਨਿਕਾਂ ਦੇ ਵੀ ਸੱਟਾਂ ਲੱਗੀਆਂ ਹੋਣ, ਜੇ ਸਾਡੇ ਪੁਲਿਸ ਕਰਮਚਾਰੀਆਂ ਦੇ ਲੱਗੀਆਂ, ਉਹ ਵੀ ਮਾੜੀ ਗੱਲ ਹੈ। ਮੈਂ ਤਾਂ ਇਸ ਗੱਲ ਦੀ ਵੀ ਨਿੰਦਾ ਕਰਦੀ, ਨਹੀਂ ਹੋਣਾ ਚਾਹੀਦਾ ਇਹ ਗੱਲਾਂ। ਕਮੇਟੀ ਨੂੰ ਸੱਦਾ ਦਿੱਤਾ ਜੀ, ਜਿਹੜੀ ਹੁਣ ਸ਼੍ਰੋਮਣੀ ਕਮੇਟੀ ਇੱਧਰ ਬਣਾ ਰਹੀ ਹੈ, ਇਹਨਾਂ ਨੇ ਵੀ ਪਾਕਿਸਤਾਨ ਕਮੇਟੀ ਨੂੰ ਸੱਦਾ ਦਿੱਤਾ ਜੀ ਕੋਈ ਸ਼ਾਮਲ ਹੋਣ ਦਾ ਜਾਂ ਨਹੀਂ? ਉਹ ਅਸੀਂ ਬਣਾ ਰਹੇ ਹਾਂ ਜੀ। ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਉੱਥੇ 100 ਸਾਲਾ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਉੱਥੇ 100 ਸਾਲਾ ਮਨਾ ਰਹੀ ਹੈ ਜਾ ਕੇ। ਕੀ ਪ੍ਰੋਗਰਾਮ ਕੀ ਨੇ ਜੀ ਉੱਥੋਂ ਦੇ? ਉੱਥੇ ਸਮਾਗਮ, ਧਾਰਮਿਕ ਸਮਾਗਮ ਹੀ ਹੋਣਗੇ ਜੀ। ਕਵੀ ਦਰਬਾਰ ਕਹਿ ਲਓ, ਗੁਰਮਤਿ ਸਮਾਗਮ ਕਹਿ ਲਓ, ਜਾਂ ਉੱਥੇ ਜਿਹੜੇ ਸਮਾਗਮ ਲਿਖੇ ਜਾ ਰਹੇ ਆ ਉੱਥੇ ਜਾ ਕੇ ਮਨਾਉਣਗੇ। ਅਸੀਂ 2 ਮਾਰਚ ਨੂੰ ਮੁੜ ਕੇ ਰੱਖਿਆ ਕਿ 2 ਡਿਊਟੀ ਲਾਈ। ਇੱਕ ਚੀਮਾ ਸਾਹਿਬ ਉੱਥੇ ਜਿਹੜੇ ਮੰਤਰੀ ਰਹੇ ਆ, MLA ਸਾਹਿਬ, ਉਹਨਾਂ ਹੀ ਡਿਊਟੀ ਲਾਈ ਹੈ। ਇੱਕ ਅਸੀਂ ਜਿਹੜੇ ਆਏ ਸੀਗੇ ਸੰਤ ਹਰਿਦੁਆਰ ਸਾਹਿਬ ਤੋਂ, ਕੀ ਨਾਮ ਸੀ, ਬਾਬਾ ਗਿਆਨਦੇਵ ਜੀ, ਉਹਨੇ ਡਿਊਟੀ ਲਾਈ ਹੈ ਕਿ ਤੁਸੀਂ ਆਪ ਵੀ ਜਾ ਕੇ ਮਿਲੋ। ਤੇ ਮੈਂ ਵੀ ਟੈਲੀਫੋਨ ਦੇ ਉੱਤੇ ਕੱਲ੍ਹ ਦੀ ਸੰਪਰਕ ਕਰਦੀ ਸੀ, ਸੰਪਰਕ ਨਹੀਂ ਹੋ ਸਕਿਆ ਕਿ ਮੁੱਖ ਮੰਤਰੀ ਜੋ ਟਾਈਮ ਲੈ ਸਕੀਏ ਤੇ ਅਸੀਂ ਉੱਥੇ, ਕਿਉਂਕਿ ਸਾਨੂੰ ਪਤਾ ਲੱਗੇ ਜਿਹੜੀ ਪਿਛਲੀ ਕਮੇਟੀ ਨੇ ਜੋ ਕੰਮ ਕੀਤਾ ਸੀ ਥੋੜਾ ਜਿਹਾ, ਉਹਦੀ ਅਸੀਂ ਕਾਰਵਾਈ ਪੜ੍ਹੀ ਸੀਗੀ। ਅਸੀਂ ਸੋਚਿਆ ਕਿ ਆਪ ਜਾ ਕੇ ਉਹਨਾਂ ਨੂੰ ਅਸੀਂ ਰਿਕੁਐਸਟ ਕਰੀਏ ਤੇ ਥਾਂ ਦੇਖੀਏ ਵੀ ਕਿਹੜੀ ਉਹ ਕਹਿੰਦੇ ਆ ਵੀ ਤੁਸੀਂ ਇੱਥੇ ਇੰਨੀ ਲੈ ਲਓ, ਇੱਥੇ ਇੰਨੀ ਲੈ ਲਓ, ਜਾ ਕੇ ਦੇਖੀਏ ਸਹੀ। ਮੇਨ ਮਕਸਦ ਇਹ ਹੈ ਵੀ ਗੁਰੂ ਸਾਹਿਬ ਉੱਥੇ ਗਏ, ਜਿੱਥੇ ਉਹ ਜਗ੍ਹਾ ਤੇ ਰਹੇ ਹੈ ਉਹ ਜਗ੍ਹਾ ਕਿੰਨੀ ਕੁ ਹੈ, ਸਾਨੂੰ ਕਿੰਨੀ ਦਿੰਦੇ ਹੈ,
ਉਹਦੇ ਜਾਂ ਕੋਈ ਹੋਰ ਸਾਨੂੰ ਜਗ੍ਹਾ ਕਿੱਥੇ ਕੁ ਦਿੰਦੇ ਆ ਉਹ ਸਾਰੀ ਦੇਖਣ ਵਾਸਤੇ ਜਦ ਤੱਕ ਅਸੀਂ ਆਪ ਨਹੀਂ ਜਾਂਦੇ, ਜਿਹੜਾ ਅਸੀਂ ਕੋਈ ਇੱਕ ਦੋ ਭੇਜ ਦਿੰਦੇ ਹਾਂ ਫਿਰ ਉਹਨਾਂ ਕੋਲ ਪੂਰੀ ਨਹੀਂ ਹੋ ਸਕਦੀ। ਇਸ ਕਰਕੇ ਮਨ ਬਣਾਇਆ ਕਿ ਜਿਹੜੀ ਸਾਰੇ ਜਾਣੇ ਜਾ ਕੇ ਇੱਕ ਵਾਰੀ ਮੀਟਿੰਗ ਕਰ ਲਈਏ ਤੇ ਉਸ ਮੁੱਖ ਮੰਤਰੀ ਨੂੰ ਇਹ ਹਾਲਾਤਾਂ ਬਾਰੇ ਜਾਣੂ। ਜੀ ਐਸਜੀਪੀਸੀ ਵੱਲੋਂ ਇੱਕ ਸ਼ੁਰੂ ਹੋ ਜਾਏਗੀ, ਵੈਸੇ ਤਾਂ ਤੁਸੀਂ ਕਿਹਾ ਕਿ ਉਹ ਕਿੱਥੇ ਖੋਲੀ ਜਾਏਗੀ ਤੇ ਦੇਖੋ ਅਸੀਂ ਮੈਂ ਸਾਰੇ ਡਾਇਰੈਕਟੋਰੇਟ ਵਾਸਤੇ ਮੈਂਬਰ ਨਾਮਜ਼ਦ ਕਰ ਦਿੱਤੇ ਹੈ, ਡਾਇਰੈਕਟਰ ਵੀ ਲਾਤੀ ਹੈ, ਵਾਈਸ ਡਾਇਰੈਕਟਰ ਵੀ ਲਾਤੀ ਹੈ, ਡਿਪਟੀ ਡਾਇਰੈਕਟਰ। ਉਹਦੇ ਵਾਸਤੇ ਹੁਣ ਮੈਂ ਮੀਟਿੰਗ ਕਰਨ ਲੱਗੀ ਹਾਂ, ਸਿਲੈਕਸ਼ਨ ਉਹ ਸਿਲੈਕਸ਼ਨ ਕਰਨਗੇ ਕਿਉਂਕਿ ਉਹਨਾਂ ਨੇ ਬਕਾਇਦਾ ਟਰਾਇਲ ਕਰਾ ਕੇ ਸਿਲੈਕਸ਼ਨ ਕਰਨੀ ਹੈ। ਅਸੀਂ 3 ਥਾਵਾਂ ਦੇ ਉੱਤੇ ਅਸੀਂ ਚੁਣ ਲਿਆ ਜੀ। ਪੀਏਪੀ ਜਲੰਧਰ ਵਿੱਚ ਵੀ ਦੇਖ ਲਈ ਜਿਹੜੀ ਟੈਰਿਫ ਬਣੀ ਹੋਈ ਹੈ, ਇੱਧਰ ਅੰਮ੍ਰਿਤਸਰ ਵਿੱਚ ਵੀ ਹੈ, ਚੰਡੀਗੜ੍ਹ 'ਚ ਵੀ ਹੈ। ਇਹਨਾਂ 3 ਥਾਵਾਂ ਤੇ ਕੁੜੀਆਂ ਨੂੰ ਲਿਜਾ ਕੇ ਅਸੀਂ ਖਿਡਾਇਆ ਕਰਾਂਗੇ। ਜਿਹੜੀ ਪੂਰੀ ਵਧੀਆ ਟੈਰਿਫ ਬਣ ਚੁੱਕੀ ਹੈ ਉੱਥੇ ਖਿਡਾਇਆ ਕਰਾਂਗੇ ਜਾ ਕੇ, ਔਰ ਪੂਰੀਆਂ ਨੂੰ ਅਸੀਂ ਪੂਰੀ ਫੈਸਿਲਿਟੀ, ਫ੍ਰੀ ਐਜੂਕੇਸ਼ਨ, ਫ੍ਰੀ ਰਿਹਾਇਸ਼ ਤੇ ਫ੍ਰੀ ਉਹਨਾਂ ਦੀ ਖੁਰਾਕ, ਸਾਰਾ ਕੁਝ ਫ੍ਰੀ ਹੋਏ ਕਰਨ ਵਾਸਤੇ ਬੱਚਿਆਂ ਲਈ, ਔਰ ਖਿਡਾਵਾਂਗੇ। ਇਹ ਕਦੋਂ ਤੱਕ ਸ਼ੁਰੂ ਹੋ ਜਾਏਗੀ? ਬਸ ਜੀ ਇਸੇ ਮਹੀਨੇ ਦੇ ਵਿੱਚ ਸਿੱਖ ਮਿਸ਼ਨਰੀ ਕਾਲਜ ਹੈ ਕਿ ਉਹਦਾ ਹਰਪ੍ਰੀਤ ਦਾ ਪਤਾ ਕਰੋ। ਨਾਲੇ ਜਿਹੜੇ ਬੱਚੇ ਨਿਕਲ ਕੇ ਆਏ ਆ ਉਹਨਾਂ ਨੂੰ ਮੈਂ ਆਫਰ ਦਿੱਤੀ ਸੀ ਕਿ ਬੇਟਾ ਤੁਸੀਂ ਆਪਣੀ ਦਿਓ ਸਰਟੀਫਿਕੇਟ ਲਿਆ ਕੇ ਤੁਹਾਨੂੰ ਅਸੀਂ ਇੱਥੇ ਡਿਊਟੀਆਂ ਦਈਏ ਜਿੱਥੇ ਕੰਮ ਕਰ ਸਕਦੇ ਹਾਂ, ਕਿਉਂਕਿ ਤੁਹਾਨੂੰ ਸਾਡਾ ਫਰਜ਼ ਬਣਦਾ ਜਿਹੜੇ ਬੱਚੇ ਪੜ੍ਹ ਕੇ ਨਿਕਲਣ ਉਹਨਾਂ ਨੂੰ ਅਸੀਂ ਰੁਜ਼ਗਾਰ ਦੇ ਉੱਤੇ ਲਾਈਏ ਕਿਸੇ ਨਾ ਕਿਸੇ ਢੰਗ ਦੇ ਨਾਲ, ਭਾਵੇਂ ਅਸੀਂ ਪਾਠਾਂ ਤੇ ਲਾਈਏ, ਭਾਵੇਂ ਅਸੀਂ ਕਥਾ ਤੇ ਲਾਈਏ, ਭਾਵੇਂ ਅਸੀਂ ਜਿਸ ਢੰਗ ਦੇ ਨਾਲ ਉਹ ਕੰਮ ਕਰ ਸਕਦੇ ਉੱਤੇ ਲਾਈਏ। ਉਹਦੇ ਬਾਰੇ ਇਹ ਵੀ ਪਤਾ ਲੱਗਾ ਜੀ ਹਰਪ੍ਰੀਤ ਸਿੰਘ ਮਾਰੇ ਉਹ ਥੋੜੇ ਚਿਰ ਨੂੰ ਮਤਲਬ ਬਾਹਰ ਜਾ ਰਿਹਾ। ਚਲੋ पता कर लेंगे जी। ओके जी। सब्सक्राइब कीजिए हमारे चैनल को और बेल आइकॉन को दबाइए हमारी लेटेस्ट वीडियो सबसे पहले देखने के लिए।